ਰੈਣੀ ਪਿੰਡ ਦੇ ਵਿੱਚ 1970 ਦੇ ਨੇੜੇ ਤੇੜੇ ਸੁੰਦਰ ਲਾਲ ਬਾਹੂਗੁਣਾ ਦੁਆਰਾ ਇੱਕ ਮੂਵਮੈਂਟ ਸ਼ੁਰੂ ਕੀਤੀ ਗਈ ਸੀ, ਇੱਕ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਹਨੂੰ ਕਹਿੰਦੇ ਸੀ ਚਿਪਕੋ ਮੂਵਮੈਂਟ। ਉਹਦਾ ਮੰਨਣਾ ਸੀ ਜੇਕਰ ਇਹ ਦਰਖਤ ਖਤਮ ਹੋ ਗਏ, ਜੇਕਰ ਇਹ ਸਾਰਾ ਸਾਡਾ ਈਕੋਸਿਸਟਮ ਇੱਥੋਂ ਦਾ ਤੁਸੀਂ ਡਿਸਟਰਬ ਕਰ ਦਿੱਤਾ, ਇਹਦੇ ਨਾਲ ਤਬਾਹੀ ਆਊਗੀ। ਰੋਹੀ ਪਿੰਡ ਅੱਜ ਤਬਾਹ ਹੋ ਗਿਆ। ਜਦੋਂ ਉਦੋਂ ਇਹ ਲੋਕ ਕਰ ਰਹੇ ਸੀ, ਚਿਪਕੋ ਮੂਵਮੈਂਟ ਚਲਾ ਰਹੇ ਸੀ, ਉਦੋਂ ਵੀ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਸੀ ਵੀ ਇਹ ਕਦੇ ਹੋ ਸਕਦਾ ਵਾਤਾਵਰਨ ਦੇ ਵਿੱਚ ਇੱਦਾਂ ਤਬਾਹੀ ਹੋ ਜਾਵੇ, ਵੀ ਇਹ ਸਿਰਫ ਗੱਲਾਂ ਹੀ ਨੇ। ਇਹਦੀਆਂ ਵੱਖ-ਵੱਖ ਸਟੱਡੀਜ਼ ਆ। ਕਈ ਲੋਕ ਤਾਂ ਕਹਿੰਦੇ ਵੀ ਉੱਥੇ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਉਸ ਨਦੀ ਦੇ ਉੱਤੇ ਲੱਗੇ ਉਹ ਕਾਰਨ ਨੇ। 39 ਪ੍ਰੋਜੈਕਟ ਉੱਥੇ ਇਸ ਵੇਲੇ ਚੱਲ ਰਹੇ ਆ ਜਿਨ੍ਹਾਂ ਦੇ ਵਿਰੁੱਧ ਅਪੀਲਾਂ ਹੋ ਚੁੱਕੀਆਂ ਔਰ 24 ਦੇ ਉੱਤੇ ਸੁਪਰੀਮ ਕੋਰਟ ਰੋਕ ਲਾ ਚੁੱਕੀ ਹੈ। ਜਿਹੜੀ ਰਿਸ਼ੀ ਗੰਗਾ ਨਦੀ ਆ ਤੇ ਦੂਜੇ ਪਾਸੇ ਧੌਲ ਗੰਗਾ ਨਦੀ ਆ, ਜਿਸ ਥਾਂ ਦੇ ਉੱਤੇ ਮਿਲਦੀਆਂ ਉੱਥੇ ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ਲੱਗਾ ਸੀ, ਉਹਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਕਈ ਪ੍ਰੋਜੈਕਟ ਉੱਥੇ ਤਬਾਹ ਵੀ ਹੋਏ। ਜਿਹੜੀ ਵਾਡੀਆ ਇੰਸਟੀਚਿਊਟ ਆਫ ਹਿਮਾਲੀਅਨ ਜਿਓਲੋਜੀ ਆ, ਪ੍ਰੋਫੈਸਰ ਵਾਡੀਆ ਦੇ ਨਾਂ ਦੇ ਉੱਤੇ ਇਹ ਇੰਸਟੀਚਿਊਟ ਬਣੀ ਆ, ਉਹਦੇ ਕਹਿਣ ਅਨੁਸਾਰ ਕਿ ਯੂਰਪ ਤੋਂ ਜਿਹੜਾ ਪ੍ਰਦੂਸ਼ਣ ਆ ਉਹ ਹਿਮਾਲਿਆ ਵੱਲ ਆ ਰਿਹਾ ਤੇ ਉੱਥੇ ਬਲੈਕ ਕਾਰਬਨ ਜੰਮਦੀ ਆ ਉਸ ਬਰਫ਼ ਦੇ ਉੱਤੇ, ਜਿਹੜੀ ਕਿ ਅਲਟੀਮੇਟਲੀ ਉਹਦੇ ਪਿਘਲਣ ਦਾ ਕਾਰਨ ਬਣਦੀ ਹੈ। ਹਿਮਾਲਿਆ ਦੇ ਵਿੱਚ ਬਹੁਤ ਸਾਰੀਆਂ ਝੀਲਾਂ ਬਣ ਗਈਆਂ ਕਿਉਂਕਿ ਉਹ ਗਲੇਸ਼ੀਅਰ ਮੈਲਟ ਹੋ ਰਿਹਾ ਔਰ 8800 ਉਹਨਾਂ ਦੀ ਗਿਣਤੀ ਦੱਸੀ ਜਾ ਰਹੀ। 200 ਗਲੇਸ਼ੀਅਰ ਵਿਗਿਆਨੀ ਕਹਿੰਦੇ ਆ ਕਿ ਇਸ ਵੇਲੇ ਪੂਰੇ ਖਤਰੇ ਦੇ ਵਿੱਚ। ਉੱਤਰਾਖੰਡ ਦੇ ਵਿੱਚ ਆਇਆ ਹੜ੍ਹ, ਨਦੀ ਦੇ ਵਿੱਚ ਹੜ੍ਹ ਆ ਗਿਆ, ਤਬਾਹੀ ਮਚ ਗਈ, ਬਹੁਤ ਸਾਰੇ ਲੋਕ ਮਾਰੇ ਗਏ, ਬਹੁਤ ਸਾਰੇ ਲਾਪਤਾ ਹੈ ਜਿਨ੍ਹਾਂ ਨੂੰ ਲੱਭਣ ਦੇ ਲਈ ਯਤਨ ਚੱਲ ਰਿਹਾ। ਕਈ ਲੋਕਾਂ ਨੂੰ ਉੱਥੋਂ ਕੱਢ ਲਿਆ ਗਿਆ। 2013 ਦੇ ਵਿੱਚ ਵੀ ਇਹੋ ਜਿਹੀ ਘਟਨਾ ਉੱਥੇ ਵਾਪਰੀ ਸੀ। ਬਾਰ-ਬਾਰ ਉੱਥੇ ਘਟਨਾ ਵਾਪਰ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਅਸੀਂ ਗਲੋਬਲ ਵਾਰਮਿੰਗ ਦੇ ਉੱਤੇ ਗੱਲਬਾਤ ਕੀਤੀ ਸੀ। ਅਸੀਂ ਕੁਝ ਮਸਲੇ ਛੋਹੇ ਸੀ ਕਿ ਗਲੋਬਲ ਵਾਰਮਿੰਗ ਕਿਉਂ ਹੁੰਦੀ ਆ, ਗ੍ਰੀਨ ਹਾਊਸ ਗੈਸਿਸ ਕੀ ਹੁੰਦੀਆਂ। ਕਈ ਵਾਰੀ ਸਾਡਾ ਇਹਨਾਂ ਮਸਲਿਆਂ ਵੱਲ ਬਹੁਤਾ ਧਿਆਨ ਨਹੀਂ ਜਾਂਦਾ। ਸਾਨੂੰ ਲੱਗਦਾ ਕਿ ਮਸਲੇ ਬਹੁਤੇ ਮਹੱਤਵਪੂਰਨ ਨਹੀਂ। ਇਹ ਪਤਾ ਨਹੀਂ ਕਿਹੜੀ ਸਦੀ ਦੇ ਵਿੱਚ ਗੱਲਾਂ ਬਾਤਾਂ ਵਾਪਰਨੀਆਂ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਵਿਗਿਆਨੀ ਆਹ ਵਾਰਨਿੰਗ ਦੇ ਰਿਹਾ ਕਿ ਫਲਾਣੇ ਸ਼ਹਿਰ ਪਾਣੀ 'ਚ ਡੁੱਬ ਜਾਣਗੇ ਜਾਂ ਫਲਾਣੇ ਇੰਨੀ ਸਦੀਆਂ ਬਾਅਦ ਦੁਨੀਆ ਇੱਥੋਂ ਤਬਾਹ ਹੋ ਜਾਊਗੀ, ਧਰਤੀ ਅੱਗ ਦਾ ਗੋਲਾ ਬਣ ਜਾਊਗੀ। ਪਰ ਇਹਨਾਂ ਚੀਜ਼ਾਂ ਦਾ ਸਿੱਧਾ ਪ੍ਰਭਾਵ ਜੇਕਰ ਦੇਖਣਾ ਹੋਵੇ ਤਾਂ ਉੱਤਰਾਖੰਡ ਦੀ ਇਸ ਘਟਨਾ ਨੂੰ ਦੇਖਿਆ ਜਾ ਸਕਦਾ। ਇਹ ਘਟਨਾ ਕਿਉਂ ਵਾਪਰੀ, ਇਹਦੇ ਪਿੱਛੇ ਕਾਰਨ ਕੀ ਸੀ, ਉੱਥੇ ਹੋਇਆ ਕੀ। ਇਹ ਤੋਂ ਪਹਿਲਾਂ ਕਿ ਉਸ ਘਟਨਾ ਬਾਰੇ ਆਪਾਂ ਗੱਲਬਾਤ ਕਰੀਏ, ਇੱਕ ਉੱਥੋਂ ਦੀ ਖਾਸ ਜਿਹੜੀ ਗੱਲਬਾਤ ਆ, ਉੱਥੇ ਇੱਕ ਪਿੰਡ ਆ ਰੈਣੀ ਪਿੰਡ ਜਿਹੜਾ ਤਪੋਵਨ ਦੇ ਵਿੱਚ ਤਬਾਹ ਹੋਇਆ। ਰੈਣੀ ਪਿੰਡ ਦੇ ਵਿੱਚ 1970 ਦੇ ਨੇੜੇ ਤੇੜੇ ਸੁੰਦਰ ਲਾਲ ਬਾਹੂਗੁਣਾ ਦੁਆਰਾ ਇੱਕ ਮੂਵਮੈਂਟ ਸ਼ੁਰੂ ਕੀਤੀ ਗਈ ਸੀ, ਇੱਕ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਹਨੂੰ ਕਹਿੰਦੇ ਸੀ ਚਿਪਕੋ ਮੂਵਮੈਂਟ। ਚਿਪਕੋ ਮੂਵਮੈਂਟ ਕੀ ਸੀ ਕਿ ਉੱਥੇ ਜਦੋਂ ਜੰਗਲ ਨੂੰ ਵੱਢਿਆ ਜਾ ਰਿਹਾ ਸੀ, ਦਰਖਤਾਂ ਨੂੰ ਵੱਢਿਆ ਜਾ ਰਿਹਾ ਸੀ, ਉਸ ਪਿੰਡ ਦੇ ਲੋਕ ਦਰਖਤਾਂ ਨਾਲ ਜਾ ਕੇ ਚਿੰਬੜ ਗਏ ਸੀ, ਚਿਪਕ ਗਏ ਸੀ। ਇਹਨਾਂ ਨੂੰ ਵੱਢਣ ਤੋਂ ਪਹਿਲਾਂ ਸਾਨੂੰ ਵੱਢਿਆ ਜਾਵੇ। ਉਹ ਇੱਕ ਮੂਵਮੈਂਟ ਚੱਲੀ ਸੀ ਉੱਥੋਂ ਜਿਹੜੀ ਵਾਤਾਵਰਨ ਨੂੰ ਬਚਾਉਣ ਲਈ ਸੀਗੀ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਇਹ ਦਰਖਤ ਖਤਮ ਹੋ ਗਏ, ਜੇਕਰ ਇਹ ਸਾਰਾ ਸਾਡਾ ਈਕੋਸਿਸਟਮ ਇੱਥੋਂ ਦਾ ਤੁਸੀਂ ਡਿਸਟਰਬ ਕਰ ਦਿੱਤਾ, ਇਹਦੇ ਨਾਲ ਤਬਾਹੀ ਆਊਗੀ। ਰੋਹੀ ਪਿੰਡ ਅੱਜ ਤਬਾਹ ਹੋ ਗਿਆ। 1970 ਦੇ ਵਿੱਚ ਮੂਵਮੈਂਟ ਚੱਲੀ, ਪੂਰੀ ਦੁਨੀਆ ਦੇ ਵਿੱਚ ਇਹਦਾ ਨਾਂ ਹੋਇਆ। ਬਹੁਤ ਸਾਰੇ ਅੰਤਰਰਾਸ਼ਟਰੀ ਅਵਾਰਡ ਉਹਨੂੰ ਸੁੰਦਰ ਲਾਲ ਬਾਹੂਗੁਣਾ ਨੂੰ ਅਤੇ ਉਹਦੇ ਸਾਥੀਆਂ ਨੂੰ ਮਿਲੇ। ਇਸ ਮੂਵਮੈਂਟ ਦੇ ਉੱਤੇ ਲੋਕਾਂ ਨੇ, ਔਰਤਾਂ ਨੇ ਜਾ ਕੇ ਦਰਖਤਾਂ ਨੂੰ ਰੱਖੜੀਆਂ ਬੰਨ੍ਹੀਆਂ, ਉਹਨਾਂ ਦੀ ਰੱਖਿਆ ਕਰਨ ਦੀ ਗੱਲਬਾਤ ਕੀਤੀ ਗਈ। ਉਦੋਂ ਇਹ ਲੋਕ ਕਰ ਰਹੇ ਸੀ, ਚਿਪਕੋ ਮੂਵਮੈਂਟ ਚਲਾ ਰਹੇ ਸੀ, ਉਦੋਂ ਵੀ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਸੀ ਵੀ ਇਹ ਕਦੇ ਹੋ ਸਕਦਾ ਵਾਤਾਵਰਨ ਦੇ ਵਿੱਚ ਇੱਦਾਂ ਤਬਾਹੀ ਹੋ ਜਾਵੇ, ਵੀ ਇਹ ਸਿਰਫ ਗੱਲਾਂ ਹੀ ਨੇ। ਮਨੁੱਖ ਨੇ ਤਰੱਕੀ ਕੀਤੀ ਹੈ, ਤਰੱਕੀ ਕਰਨ ਦੇ ਲਈ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ ਅਤੇ ਉਹ ਚੀਜ਼ਾਂ ਸਾਨੂੰ ਮਿਲਣੀਆਂ ਚਾਹੀਦੀਆਂ। ਉਹ ਚੀਜ਼ਾਂ ਲੈਣ ਦੇ ਲਈ ਅਸੀਂ ਇਹਨਾਂ ਦਰਖਤਾਂ ਦੀ ਕਟਾਈ ਕਰ ਰਹੇ ਹਾਂ। ਥੋੜ੍ਹੇ ਦਿਨ ਪਹਿਲਾਂ ਅਸੀਂ ਕੀਸਟੋਨ ਪਾਈਪਲਾਈਨ ਦੀ ਗੱਲਬਾਤ ਵੀ ਕੀਤੀ ਸੀ, ਜਿਹੜੀ ਅਲਬਰਟਾ ਤੋਂ ਸ਼ੁਰੂ ਹੋ ਕੇ ਅਮਰੀਕਾ ਤੱਕ ਜਾਂਦੀ ਹੈ ਅਤੇ ਜਿਹਨੂੰ ਜੋ ਬਾਈਡਨ ਨੇ ਰੋਕ ਦਿੱਤਾ ਗਿਆ। ਉਸ ਮਾਮਲੇ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਐਨਵਾਇਰਮੈਂਟਲਿਸਟ ਸੀ, ਵਾਤਾਵਰਨ ਪ੍ਰੇਮੀ ਸੀ, ਉਹ ਅੜਿੱਕਾ ਡਾ ਰਹੇ ਸੀ ਵੀ ਇਹ ਪਾਈਪਲਾਈਨ ਨਹੀਂ ਬਣਨੀ ਚਾਹੀਦੀ ਕਿਉਂਕਿ ਵਾਤਾਵਰਨ ਨੂੰ ਖਰਾਬ ਕਰਦੀ ਆ। BC ਦੇ ਵਿੱਚ ਸਾਈਟ C ਡੈਮ ਦੇ ਉੱਤੇ ਤੁਹਾਨੂੰ ਯਾਦ ਹੋਊਗਾ ਜਿਹੜਾ ਬਣ ਰਿਹਾ, ਵਿਰੋਧ ਹੋਇਆ ਸੀ, ਇਹ ਡੈਮ ਨਹੀਂ ਬਣਨਾ ਚਾਹੀਦਾ, ਇਹ ਇੱਥੋਂ ਦੇ ਵਾਤਾਵਰਨ ਨੂੰ, ਇੱਥੋਂ ਦੇ ਆਲੇ ਦੁਆਲੇ ਨੂੰ, ਇੱਥੋਂ ਦੀ ਬਾਇਓਡਾਇਵਰਸਿਟੀ ਨੂੰ ਖਤਮ ਕਰ ਰਿਹਾ। ਅਲਬਰਟਾ ਤੋਂ BC ਤੱਕ ਆਉਂਦੀ ਟਰਾਂਸ ਮਾਊਂਟੇਨ ਪਾਈਪਲਾਈਨ ਐਕਸਟੈਂਸ਼ਨ ਦੇ ਉੱਤੇ ਵੀ ਰੌਲਾ ਪਿਆ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੇ ਖਾਸ ਕਰ ਇੰਡੀਜੀਨੀਅਸ ਲੋਕ ਆ ਜਾਂ ਦੂਜੇ ਆ ਜਾਂ ਵਾਤਾਵਰਨ ਪ੍ਰੇਮੀ ਆ, ਲੋਕ ਇਹਨਾਂ ਨੂੰ ਬਹੁਤੀ ਸੰਜੀਦਗੀ ਦੇ ਨਾਲ ਨਹੀਂ ਲੈਂਦੇ ਕਿ ਇਹ ਸਿਰਫ ਰੌਲਾ ਰੱਪਾ ਹੀ ਪਾਉਂਦੇ ਆ। ਤਰੱਕੀ ਤਾਂ ਹੋਣੀ ਆ, ਜਿਹੜਾ ਦੁਨੀਆ ਨੇ ਤਾਂ ਅੱਗੇ ਵਧਣੀ ਆ, ਪਰ ਉਹਦਾ ਨਤੀਜਾ ਇਸ ਵੇਲੇ ਸਾਡੇ ਸਾਹਮਣੇ ਆ ਕਿ ਉੱਤਰਾਖੰਡ ਦੇ ਵਿੱਚ ਜੋ ਕੁਝ ਵਾਪਰਿਆ ਉਹ ਕਿਉਂ ਵਾਪਰਿਆ। ਇਹਦੀਆਂ ਵੱਖ-ਵੱਖ ਸਟੱਡੀਜ਼ ਆ। ਕਈ ਲੋਕ ਤਾਂ ਕਹਿੰਦੇ ਵੀ ਉੱਥੇ ਜਿਹੜੇ
बहुत सारे प्रोजैक्ट उस नदी के उत्ते लगे वो कारण है। 39 प्रोजैक्ट उत्थे इस वेले चल रहे हैं जिन्हों के विरुद्ध अपीलां हो चुकी और 24 के उत्ते सुप्रीम कोर्ट रोक ला चुकी है कि प्रोजैक्ट नहीं बनने चाहिए। ये बनने के नाल आले दुआले नूं, वातावरण नूं, होर सारियां चीज़ां नूं जिहड़ा खतरा हो सकता। ये सारे कुछ दे विच 15-20 हैक्टेयर जंगल जिहड़ा इक्को एक पुल सी जिहड़ा चीन नूं सैनिकां दे जाण लई उस बॉर्डर के उत्ते जाण लई सीगा, वो पुल भी तबाह होया। इसी तरह उत्थे एक प्रोजैक्ट जिहड़ा चल रहा सी हाइड्रो इलैक्ट्रिक प्रोजैक्ट जिहड़ा पूरे का पूरा तबाह होया। जिहड़ी ऋषि गंगा नदी आ ते दूजे पासे धौल गंगा नदी आ, जिस थां दे उत्ते मिलदियां उत्थे ऋषि गंगा पावर प्रोजैक्ट लगा सी, ਉਹਦਾ भी बहुत बड़ा नुकसान होया। कई प्रोजैक्ट उत्थे तबाह भी होए। इस प्रोजैक्ट दे विचों बिजली पैदा होनी सी, इन्नी कुछ बिजली पैदा हो जानी सी कि हरियाणा, यूपी, पंजाब इन्हां सारे थावां दे उत्ते पहुँच सकदी सी, इन्नी बिजली पैदा की जा सकती सी। हुण वो बिजली पैदा करनी लोड़ भी है, पर दूजे पासे उहदे नाल हो की रहा। कुछ लोग ये दसदे आ जिहड़ी उत्थे एक इंस्टीट्यूट आ, वाडिया इंस्टीट्यूट ऑफ हिमालयन जियोलॉजी, देहरादून दे विच इंस्टीट्यूट आ, जिहड़ा कदे दिल्ली यूनीवर्सिटी का एक डिपार्टमेंट हुंदा सी, बाद दे विच इंडिपेंडेंट इहनूं एक बॉडी बना दिता गया। उन्हां दी स्टडी जदों उन्होंने एक रिपोर्ट दी है पिछे जाए, उहदे विच उन्होंने वार्निंग दी सी कि कुछ हो सकता। कारण की आ? कुछ लोग कहते कि ग्लेशियर मैल्ट हो गए उत्ते। हुण जे ग्लेशियर मैल्ट हुंदे आ तो सर्दियों दे विच मैल्ट किवें हो गए? जे सर्दियों दे विच भी ग्लेशियर मैल्ट होण लग पए तो फिर गर्मियों के की बनूगा? जी वाडिया इंस्टीट्यूट ऑफ हिमालयन जियोलॉजी आ, प्रोफैसर वाडिया के नाँ के उत्ते ये इंस्टीट्यूट बनी आ, उहदे कहण अनुसार कि यूरोप तो जिहड़ा प्रदूषण आ वो हिमालय वल आ रहा ते उत्थे ब्लैक कार्बन जमदी आ उस बर्फ के उत्ते, जिहड़ी कि अल्टीमेटली उहदे पिघलण का कारण बनदी आ। इस वेले कैलगरी के कुछ प्रोफैसरस ने भी जिहड़े सैटेलाइट इमेजिस देख के उत्तराखंड के इस वापरी घटना की, दुर्घटना की स्टडी की है। वो दसदे आ कि ये हौली हौली पिघलण वाली गल नहीं सी, ये जिद्दां लैंड स्लाइडिंग हुंदी है इस तरह ग्लेशियर जिहड़े एकदम उत्थों खिसक गए आ। कुछ ये थ्योरीज दसियां जा रही कि जिहड़ी माइनिंग की जाती है जां सड़कां बनाउण दे लई कुछ बंब वर्गियां चीज़ां लाइयां जा रही जिहड़ियां पहाड़ियां नूं तोड़ दिंदियां आ ते उहदे नाल जिहड़ी फिर उत्थे हिलजुल हुंदी है डायनामाइट दे नाल, उहदे नाल जिहड़े क्रैक्स आउंदे आ इन्हां ग्लेशियर्स दे विच, वो कारण बने आ इहदा। कोई भी होवे, सारियां थ्योरीज दे विच एक गल बड़ी स्पष्ट आ कि मनुखी गतिविधियां इहदे विच एक वड्डा योगदान पा रहीआं। भाव दूजे अर्थां दे विच कि ये आफत जिहड़ी एक कुदरती आफत आ जां इहनूं इदां समझिया जा रहा, इहदे विच किते ना किते मनुख दा योगदान आ। इस वेले जिहड़े ग्लेशियर मैल्ट हो रहे ने, वो ग्लेशियर मैल्ट होने के नाल 8-9 हज़ार के करीब ग्लेशियर झीलां बणीआं आ उत्थे हिमालय दे विच। बहुत सारियां झीलां बन गई क्योंकि वो ग्लेशियर मैल्ट हो रहा और 8800 उन्हां दी गिणती दसी जा रही। 200 ग्लेशियर विग्यानी कहिंदे आ कि इस वेले पूरे खतरे दे विच आ, किसी वेले भी कुछ भी हो सकता। स्थिति साडिਆਂ सारिਆਂ ਦੇ सामने आ कि इस वेले जो कुछ उत्तराखंड दे विच वापरिया, एक बहुत वड्डा सवाल आ साडे सामने कि कुदरती आफत आ जां ये मनुख द्वारा पैदा की गई आफत आ, जां मनुख इस गल नूं झੱਲਣ ਲਈ तैयार आ कि ठीक आ तरक्की भी नाल नाल होनी है, आफतां भी नाल नाल होणीआं, तबाही भी नाल नाल होनी है। पर ये बहुत वड्डा सवाल साडे सामने अज दी गल दे विच कि की ये कुदरती आफत आ जां मनुख दीआं गतिविधियां द्वारा पैदा की गई आफत। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।